ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜੀ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਪ੍ਰੋਗਰਾਮ 'ਚ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਵਾਰਿਸ ਸ਼ਾਹ ਹੋਰੀ ਦੱਸ ਰਹੇ ਨੇ ਕਿ ਉਹ ਇਹ ਜਿਹੜਾ ਕਿੱਸਾ ਹੀਰ ਰਾਂਝੇ ਦਾ ਹੈ ਇਹ ਕਿਉਂ ਲਿਖ ਰਹੇ ਨੇ, ਤੇ ਉਹਦੇ ਤੇ ਅਸੀਂ ਇੱਕ ਚਲਾਵੀਂ ਜਿਹੀ ਝਾਤੀ ਪਾਈ ਸੀ ਕਿ ਵਾਰਿਸ ਸ਼ਾਹ ਹੋਰੀ ਇੱਕ ਸੰਗਤ ਰਚਾਈ ਬੈਠੇ ਨੇ, ਯਾਰ ਬੈਠੇ ਹੋਏ ਨੇ, ਔਰ ਯਾਰ ਜਿਹੜੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਸ਼ਾਹ ਜੀ ਤੁਹਾਨੂੰ ਲਿਖਣ ਦਾ ਢੰਗ ਆਉਂਦਾ, ਤੁਹਾਨੂੰ ਸ਼ੇਰ ਕਹਿਣ ਦਾ ਵੱਲ ਆਉਂਦਾ, ਗੱਲ ਬਣਾਉਣ ਦਾ ਤੁਸੀਂ ਜਿਹੜਾ ਚੱਜ ਹੈ ਉਹ ਚੰਗੀ ਤਰ੍ਹਾਂ ਜਾਣਦੇ ਹੋ, ਇਸ ਲਈ ਬਿਹਤਰ ਹੈ ਕਿ ਤੁਸੀਂ ਹੀਰ ਰਾਂਝੇ ਦਾ ਕਿੱਸਾ ਲਿਖੋ, ਪਰ ਲਿਖੋ ਨਵਾਂ। ਸੋ ਇੱਥੇ ਇਹ ਸਵਾਲ ਖੜਾ ਹੋ ਗਿਆ ਕਿ ਇਹ ਨਵਾਂ ਲਿਖਣ ਦੀ ਲੋੜ ਕਿਉਂ ਆਈ, ਪਹਿਲੇ ਕੀ ਸੀ। ਜਦੋਂ ਅਸੀਂ ਨਵੇਂ ਦੀ ਗੱਲ ਕਰਨੀ ਹੈ ਤਾਂ ਇਹਦਾ ਮਤਲਬ ਕਿ ਕੋਈ ਪੁਰਾਣਾ ਵੀ ਹੈ। ਤਾਂ ਜਿਸ ਵਾਰਿਸ ਸ਼ਾਹ ਨੇ ਇਹ ਗੱਲ ਕਰਕੇ ਜਿਹੜਾ ਸਾਡਾ ਧਿਆਨ ਹੈ ਉਹ ਪਰਖ ਪੜਚੋਲ ਵੱਲ ਮੋੜ ਦਿੱਤਾ। ਸਾਨੂੰ ਹੁਣ ਪਰਖ ਪੜਚੋਲ ਕਰਨੀ ਪੈ ਰਹੀ ਹੈ ਕਿ ਵਾਰਿਸ ਸ਼ਾਹ ਦੇ ਇਸ ਕਿੱਸੇ ਤੋਂ ਪਹਿਲਾਂ ਵੀ ਕੋਈ ਕਿੱਸੇ ਹੈ ਸਨ, ਤੇ ਜਦੋਂ ਅਸੀਂ ਪਰਖ ਪੜਚੋਲ ਦੇ ਪੇੜ ਵਿੱਚ ਜਾਂਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਵਾਰਿਸ ਸ਼ਾਹ ਤੋਂ ਪਹਿਲਾਂ ਤੇ ਬਹੁਤ ਸਾਰੇ ਜੀ ਸਨ ਜਿਨ੍ਹਾਂ ਨੇ ਹੀਰ ਰਾਂਝੇ ਦੇ ਕਿੱਸੇ ਨੂੰ ਕਾਨੀਬੰਦ ਕੀਤਾ। ਤੋਂ ਲਿਹਾਜ਼ਾ ਅਸੀਂ ਟੁਰਦੇ ਟੁਰਦੇ ਜਿਹੜਾ ਹੈ ਉਹ ਅਕਬਰ ਦੇ ਵੇਲੇ ਦੇ ਵਿੱਚ ਪਹੁੰਚ ਜਾਂਦੇ ਹਾਂ, ਜਿੱਥੇ ਸਾਨੂੰ ਦਮੋਦਰ ਦਾਸ ਘੁਲਾਟੀਆ ਜਿਹੜਾ ਹੈ ਉਹ ਹੀਰ ਰਾਂਝੇ ਦਾ ਕਿੱਸਾ ਜਿਹੜਾ ਹੈ ਨਾ ਉਹ ਲਿਖਦਾ ਵਿਖਾਲੀ ਦਿੰਦਾ ਹੈ, ਔਰ ਉਸ ਦਾ ਇਹ ਆਖਣਾ ਹੈ ਕਿ ਇਹ ਕਿੱਸਾ ਜਿਹੜਾ ਹੈ ਇਹ ਉਸ ਦੇ ਸਾਹਮਣੇ ਵਾਪਰਿਆ ਹੈ। ਉਹ ਬਾਰ-ਬਾਰ ਜਿਹੜਾ ਹੈ ਇਸ ਆਪਣੇ ਤੁਕ ਦੀ ਵਰਤੋਂ ਕਰਦਾ ਹੈ, ਆਖ ਦਮੋਦਰ ਅੱਖੀ ਡਿੱਠਾ, ਯਾਨੀ ਕਿ ਉਸ ਦਾ ਆਖਣਾ ਹੈ ਕਿ ਇਹ ਜਿਹੜਾ ਵਾਕਿਆ ਹੈ ਇਹ ਮੇਰੇ ਹੁੰਦਿਆਂ ਸੁਣਦਿਆਂ ਜਿਹੜਾ ਹੈ ਮੇਰੀ ਅੱਖਾਂ ਦੇ ਸਾਹਮਣੇ ਜਿਹੜਾ ਹੈ ਇਹ ਹੋਇਆ ਹੈ। ਇਹ ਵੇਲਾ ਜਿਹੜਾ ਹੈ ਇਹ ਅਕਬਰ ਦਾ ਵੇਲਾ ਹੈ। ਸੋ ਪੰਜਾਬੀ ਸੁਲੇਖ ਦੇ ਵਿੱਚ ਦਮੋਦਰ ਜਿਹੜਾ ਹੈ ਉਹ ਪਹਿਲਾ ਜੀ ਹੈ ਜਿਹਨੇ ਹੀਰ ਰਾਂਝੇ ਦੇ ਕਿੱਸੇ ਨੂੰ ਕਹਾਣੀਬੰਦ ਕੀਤਾ। ਲੇਕਿਨ ਅਸੀਂ ਇਹ ਵੇਖਦੇ ਹਾਂ ਕਿ ਉਸੇ ਹੀ ਦੌਰ ਦੇ ਵਿੱਚ ਮਾਧੋ ਲਾਲ ਹੁਸੈਨ ਜੀ ਜਿਹੜੇ ਨੇ ਉਹਨਾਂ ਦੀ ਸ਼ਾਇਰੀ ਦੇ ਵਿੱਚ ਸਾਨੂੰ ਹੀਰ ਰਾਂਝੇ ਦਾ ਜਿਹੜਾ ਨਾ ਜ਼ਿਕਰ ਮਿਲਦਾ ਹੈ। ਤੋ ਇੱਥੋਂ ਇਹ ਪਤਾ ਲੱਗਦਾ ਹੈ ਕਿ ਦਮੋਦਰ ਦਾਸ ਦੇ ਵੀ ਲਿਖਣ ਤੋਂ ਪਹਿਲਾਂ ਹੀਰ ਰਾਂਝਾ ਜਿਹੜੇ ਸਨ ਉਹ ਲੋਕਾਈ ਦੇ ਵਿੱਚ ਜਿਹੜੇ ਸਨ ਜਾਣੇ ਜਾਂਦੇ ਸਨ, ਔਰ ਲੋਕ ਉਹਨਾਂ ਤੋਂ ਜਾਣੂ ਸਨ, ਔਰ ਉਹਨਾਂ ਦੀ ਮਾਨਤਾ ਸੀ, ਔਰ ਉਹ ਇੱਕ ਸਿੰਬੋਲਿਕਲੀ ਜਿਹੜੇ ਕਿਰਦਾਰਾਂ ਦੇ ਤੌਰ ਤੇ ਜਿਹੜੇ ਸਨ ਜਾਣੇ ਜਾਂਦੇ ਸਨ। ਇਸ ਲਈ ਸ਼ਾਹ ਹੁਸੈਨ ਨੇ ਆਪਣੀ ਸ਼ਾਇਰੀ ਦੇ ਵਿੱਚ, ਆਪਣੀਆਂ ਕਾਫੀਆਂ ਦੇ ਵਿੱਚ ਉਹਦੀ ਵਰਤੋਂ ਕੀਤੀ ਹੈ। ਤੇ ਦਮੋਦਰ ਦਾਸ ਤੇ ਉਹ ਪਹਿਲਾ ਜੀ ਹੈ ਨਾ ਜਿਹਨੇ ਇਸ ਨੂੰ ਕਿੱਸਾ ਬਣਾ ਕੇ ਜਿਹੜਾ ਹੈ ਕਿਸੇ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਉਹ ਲੋਕਾਈ ਦੇ ਸਾਹਮਣੇ ਜਿਹੜਾ ਹੈ ਨਾ ਉਹ ਪੇਸ਼ ਕੀਤਾ ਹੈ। ਲੇਕਿਨ ਇਹਦੇ ਨਾਲ ਨਾਲ ਸਾਨੂੰ ਇੱਕ ਹੈਰਤ ਹੋਰ ਵੀ ਹੁੰਦੀ ਹੈ ਕਿ ਪੰਜਾਬੀ ਦੇ ਨਾਲ ਨਾਲ ਇਹ ਕਿੱਸਾ ਜਿਹੜਾ ਹੈ ਫਾਰਸੀ ਬੋਲੀ ਦੇ ਵਿੱਚ ਵੀ ਜਿਹੜਾ ਨਾ ਇਹ ਲਿਖਿਆ ਗਿਆ ਹੈ, ਔਰ ਫਾਰਸੀ ਬੋਲੀ ਦੇ ਵਿੱਚ ਸਭ ਤੋਂ ਜ਼ਿਆਦਾ ਲਿਖਿਆ ਗਿਆ ਹੈ। ਅਕਬਰ ਦੇ ਵੇਲੇ ਦੇ ਵਿੱਚ ਹੀ ਬਾਕੀ ਗੁਲਾਬੀ ਜਿਹੜਾ ਹੈ ਉਸ ਨੇ ਪਹਿਲੀ ਵਾਰ ਇਸ ਨੂੰ ਜਿਹੜਾ ਨਾ ਫਾਰਸੀ ਦੇ ਵਿੱਚ ਜਿਹੜਾ ਹੈ ਉਹ ਕਲਮਬੰਦ ਕੀਤਾ। ਤੇ ਇਸੇ ਤਰ੍ਹਾਂ ਸ਼ਾਹਜਹਾਨ ਦੇ ਦੌਰ ਦੇ ਵਿੱਚ ਜਿਹੜਾ ਸਈਦ ਸਾਦੀ ਹੈ ਉਹ ਫਸਾਨਾ ਦਿਲਪਜ਼ੀਰ ਦੇ ਨਾਂ ਤੋਂ ਇਸ ਨੂੰ ਜਿਹੜਾ ਹੈ ਉਹ ਲਿਖਦਾ ਹੈ ਫਾਰਸੀ ਦੇ ਵਿੱਚ। ਇਸੇ ਤਰ੍ਹਾਂ ਸ਼ਾਹਜਹਾਨ ਦੇ ਦੌਰ ਦੇ ਵਿੱਚ ਹੀ ਲਾਇਕ ਜੌਨਪੁਰੀ ਹੈ, ਉਸਨੇ ਵੀ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਹਕੀਮ ਮਹਿਤਾ ਚਨਾਬੀ ਜਿਹੜਾ ਹੈ ਉਹਨੇ ਮਸਨਵੀ ਇਸ਼ਕ ਜਿਹੜਾ ਹੈ ਉਸ ਦੇ ਨਾਂ ਤੋਂ ਇਸ ਕਿੱਸੇ ਨੂੰ ਜਿਹੜਾ ਹੈ ਉਹ ਲਿਖਿਆ। ਇਸ ਤਰ੍ਹਾਂ ਗੁਰਦਾਸ ਮਲ ਖੱਤਰੀ ਹੈ, ਫਕੀਰੁੱਲਾ ਆਫਰੀਨ ਹੈ, ਅਹਿਮਦ ਯਾਰ ਯਕਤਾ ਹੈ ਜਿਹਨੇ ਦਾਸਤਾਨੇ ਹੀਰ ਰਾਂਝਾ ਦੇ ਨਾਂ ਤੋਂ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਮਨਸਾ ਰਾਮ ਖੁਸ਼ਾਬੀ ਨੇ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਨਾ ਸਿਰਫ ਫਾਰਸੀ 'ਚ ਨਜ਼ਮ ਦੀ ਸ਼ਕਲ 'ਚ ਲਿਖਿਆ ਬਲਕਿ ਨਸਰ ਦੀ ਸ਼ਕਲ ਦੇ ਵਿੱਚ ਵੀ ਇਸ ਨੂੰ ਜਿਹੜਾ ਨਾ ਉਸ ਲਿਖਿਆ। ਫਿਰ ਮੀਰ ਕਮਰਉਦੀਨ ਮੰਨਤ ਦਿਲਵੀ ਉਸਨੇ ਮਸਨਵੀ ਹੀਰ ਰਾਂਝਾ ਦੇ ਨਾਂ ਤੋਂ ਇਸ ਨੂੰ ਲਿਖਿਆ। ਤੇ ਸੁੰਦਰ ਦਾਸ ਪੰਜਾਬੀ ਨੇ ਇਸ ਨੂੰ ਮਸਨਵੀ ਸੁੰਦਰ ਦਾਸ ਦੇ ਨਾਂ ਤੋਂ ਫਾਰਸੀ 'ਚ ਲਿਖਿਆ। ਅਲੀ ਬੇਗ ਨੇ ਇਸ ਨੂੰ ਫਾਰਸੀ ਦੇ ਵਿੱਚ ਲਿਖਿਆ। ਲੇਕਿਨ ਹਿੰਦੀ ਦੇ ਵਿੱਚ ਵੀ ਅਕਬਰ ਦੇ ਸਮੇਂ ਦੇ ਵਿੱਚ ਹੀ ਗੰਗਾ ਭੱਟ ਜਿਹੜਾ ਹੈ ਉਹ ਇਸ ਨੂੰ ਹਿੰਦੀ ਦੇ ਵਿੱਚ ਲਿਖ ਰਿਹਾ। ਹਰੀਦਾਸ ਹਰੀਆ ਜਿਹੜਾ ਹੈ ਉਹ ਇਸ ਨੂੰ ਹਿੰਦੀ ਦੇ ਵਿੱਚ ਲਿਖ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਇਸ ਨੂੰ ਜਿਹੜਾ ਹੈ ਉਹ ਹਿੰਦੀ ਦੇ ਵਿੱਚ ਲਿਖਿਆ। ਇਸ ਤਰ੍ਹਾਂ ਪ੍ਰਾਕ੍ਰਿਤ ਦੇ ਵਿੱਚ ਵੀ 1707 ਚ ਭਾਈ ਗੁਰਦਾਸ ਗੁਣੀ ਜਿਹੜੇ ਹਨ ਉਹ ਇਸ ਨੂੰ ਲਿਖਦੇ ਨੇ। ਵਾਰਿਸ ਸ਼ਾਹ ਦਾ ਜਿਹੜਾ ਨੰਬਰ ਹੈ ਉਹ ਆਉਂਦਾ ਹੈ 20 ਨੰਬਰ ਤੇ। ਵਾਰਿਸ ਸ਼ਾਹ ਕੋਈ ਸਾਨੂੰ 20-21ਵਾਂ ਜੀ ਜਿਹੜਾ ਨਾ ਉਹ ਮਿਲਦਾ ਹੈ ਜਿਨੇ ਇਸ ਕਿੱਸੇ ਨੂੰ ਜਿਹੜਾ ਹੈ ਕਹਾਣੀਬੰਦ ਕੀਤਾ। ਤੇ ਪੰਜਾਬੀ ਸੁਲੇਖ ਦੇ ਵਿੱਚ ਮੈਂ ਪਹਿਲੇ ਦੱਸ ਚੁੱਕਿਆ ਕਿ ਦਮੋਦਰ ਦਾਸ ਘੁਲਾਟੀ ਜਿਹੜਾ ਹੈ ਉਹ ਪਹਿਲਾ ਜੀ ਹੈ।
ਤੇ ਫਿਰ ਔਰੰਗਜ਼ੇਬ ਦੇ ਦੌਰ 'ਚ ਇਸ ਨੂੰ MIR ਗੁੱਜਰ ਨੇ ਪੰਜਾਬੀ ਬੋਲੀ ਦੇ ਵਿੱਚ ਲਿਖਿਆ। ਫਿਰ ਹਾਫਿਜ਼ ਸ਼ਾਹ ਜਹਾਨ ਮੁਕਬਲ ਨੇ ਇਸ ਨੂੰ ਜਿਹੜਾ ਹੈ ਉਹ ਲਿਖਿਆ। ਮੀਆਂ ਚਿਰਾਗਦੀਨ ਅਵਾਨ ਨੇ ਇਸ ਨੂੰ ਪੰਜਾਬੀ ਦੇ ਵਿੱਚ ਲਿਖਿਆ। ਵਾਰਿਸ ਸ਼ਾਹ ਪੰਜਵਾਂ ਜੀ ਹੈ ਜਿਸ ਨੇ ਇਸ ਨੂੰ ਪੰਜਾਬੀ ਦੇ ਵਿੱਚ ਲਿਖਿਆ। ਪਰ ਵਾਰਿਸ ਸ਼ਾਹ ਨੇ ਇੰਜ ਦਾ ਲਿਖਿਆ ਕਿ ਹੋਰ ਕਿਸੇ ਜਿਹੜੇ ਨੇ ਉਹ ਗਵਾਚ ਗਏ। ਅੱਜ ਲੋਕਾਈ ਨੂੰ ਇਸ ਦੇ ਬਾਰੇ ਕੋਈ ਪਤਾ ਵੀ ਨਹੀਂ ਹੈ ਕਿ ਵਾਰਿਸ ਸ਼ਾਹ ਤੋਂ ਅੱਡ ਵੀ ਕਿਸੇ ਨੇ ਕੋਈ ਹੀਰ ਰਾਂਝੇ ਦਾ ਜਿਹੜਾ ਨਾ ਕਿੱਸਾ ਉਹ ਲਿਖਿਆ ਹੈ। ਅੱਜ ਦੇ ਸਮੇਂ ਦੇ ਵਿੱਚ ਸਾਨੂੰ ਜਿਹੜੇ ਪੰਜਾਬੀ ਦੇ ਕਵੀਆਂ ਦੇ ਲਿਖੇ ਹੋਏ ਕਿੱਸੇ ਨੇ, ਦਮੋਦਰ ਦਾਸ, ਹਾਫਿਜ਼ ਸ਼ਾਹ ਜਹਾਨ ਮੁਕਬਲ, ਚਿਰਾਗਦੀਨ ਤੇ ਮੁਕਬਲ, ਇਹਨਾਂ ਦੇ ਕਿੱਸੇ ਲੱਭ ਜਾਂਦੇ ਨੇ। ਲੇਕਿਨ ਚੂੰਕਿ ਫਾਰਸੀ ਦਾ ਵੇਲਾ ਨਹੀਂ ਹੈ, ਫਾਰਸੀ ਸਾਡੀ ਬੋਲੀ ਨਹੀਂ ਹੈ, ਫਾਰਸੀ ਉਦੋਂ ਵੀ ਸਾਡੀ ਬੋਲੀ ਨਹੀਂ ਸੀ। ਇਹ ਸਵਾਲ ਤੇ ਪੈਦਾ ਹੁੰਦਾ ਕਿ ਜਦੋਂ ਫਾਰਸੀ ਲੋਕਾਈ ਦੀ ਬੋਲੀ ਨਹੀਂ ਸੀ ਤੇ ਫਿਰ ਇਹ ਕਿੱਸੇ ਜਿਹੜੇ ਨੇ ਫਾਰਸੀ ਦੇ ਵਿੱਚ ਕਿਉਂ ਲਿਖੇ ਜਾਂਦੇ ਸਨ, ਇਹ ਆਪਣਾ ਲੋਕਾਈ ਦੀ ਬੋਲੀ ਦੇ ਵਿੱਚ ਕਿਉਂ ਨਹੀਂ ਸਨ ਲਿਖੇ ਜਾਂਦੇ। ਤੇ ਉਸ ਦਾ ਇੱਕ ਸਿੱਧਾ ਸਾਵਾਂ ਜਵਾਬ ਹੈ ਕਿ ਸ਼ਾਇਰ ਜਿਹੜੇ ਨੇ ਉਹ ਇਨਾਮ ਕਰਾਮ ਦੇ ਚੱਕਰ ਦੇ ਵਿੱਚ, ਉਹ ਮਾਲ ਮੱਤੇ ਦੇ ਚੱਕਰ ਦੇ ਵਿੱਚ, ਦਰਬਾਰ ਦੇ ਵਿੱਚ ਨੇੜਤਾ ਮਾਨਣ ਦੇ ਚੱਕਰ ਦੇ ਵਿੱਚ ਇਹ ਕਿੱਸੇ ਲਿਖਦੇ ਸਨ। ਕਿਉਂਕਿ ਦਰਬਾਰ ਜਿਹੜਾ ਸੀ ਉਹ ਫਾਰਸੀ ਸੀ, ਉਹ ਫਾਰਸੀ ਬੋਲੀ ਲਿਖਣ ਵਾਲਿਆਂ ਨੂੰ ਸ਼ਾਬਾਸ਼ ਦਿੰਦਾ ਸੀ, ਉਹਨਾਂ ਨੂੰ ਇਨਾਮ ਦਿੰਦਾ ਸੀ, ਉਹਨਾਂ ਦੇ ਜਿਹੜੇ ਘਰ ਸੀ ਉਹ ਭਰਦਾ ਸੀ, ਕਿਉਂਕਿ ਜਿਹੜੇ ਲੋਕ ਸਨ ਉਹ ਫਾਰਸੀ ਬੋਲਣ ਵਾਲੇ ਲੋਕ ਸਨ। ਇਸ ਵਾਸਤੇ ਸਰਕਾਰੇ ਦਰਬਾਰੇ ਜਿਹੜੀ ਸੀ ਫਾਰਸੀ ਉਹਦੀ ਚੜ੍ਹਤ ਸੀ। ਸੋ ਇਹ ਜਿਹੜੇ ਸ਼ਾਇਰ ਜਿਨ੍ਹਾਂ ਨੇ ਇਹਨੂੰ ਫਾਰਸੀ 'ਚ ਲਿਖਿਆ ਉਹਨਾਂ ਦਾ ਲੋਕਾਈ ਦੇ ਨਾਲ ਕੋਈ ਤਾਲੁਕ ਨਹੀਂ ਸੀ। ਉਹਨਾਂ ਦਾ ਤਾਲੁਕ ਸੀ ਆਪਣੇ ਇਨਾਮ ਕਰਾਮ ਦੇ ਨਾਲ, ਆਪਣੀਆਂ ਖਿਲਤਾਂ ਦੇ ਨਾਲ, ਆਪਣੇ ਤਮਗਿਆਂ ਦੇ ਨਾਲ। ਅੱਜ ਵੀ ਜਿਹੜੇ ਲੋਕ ਨੇ ਜਿਹੜੇ ਕਿ ਅਵਾਰਡ ਲੈਂਦੇ ਨੇ, ਜਿਹੜੇ ਸਰਕਾਰੀ ਦਰਬਾਰੇ ਜੁੜੇ ਹੁੰਦੇ ਨੇ, ਉਹਨਾਂ ਦਾ ਲੋਕਾਈ ਦੇ ਨਾਲ ਜਿਹੜਾ ਨਾ ਕੋਈ ਸਾਂਝ ਨਹੀਂ ਹੁੰਦੀ। ਉਹਨਾਂ ਦੀ ਸਾਂਝ ਹੁੰਦੀ ਹੈ ਆਪਣੇ ਮਤਲਬ ਦੇ ਨਾਲ। ਸੋ ਆਪਣੇ ਮਤਲਬ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਫਾਰਸੀ ਦੇ ਵਿੱਚ ਲਿਖਦੇ ਸਨ। ਇਸੇ ਵਾਸਤੇ ਸਾਨੂੰ ਫਾਰਸੀ ਦੇ ਵਿੱਚ ਗਿਣਤੀ ਜ਼ਿਆਦਾ ਨਜ਼ਰ ਆਉਂਦੀ ਹੈ, ਲੇਕਿਨ ਪੰਜਾਬੀ ਸੁਲੇਖ ਦੇ ਵਿੱਚ ਗਿਣਤੀ ਸਾਨੂੰ ਜਿਹੜੀ ਨਾ ਘੱਟ ਨਜ਼ਰ ਆਉਂਦੀ ਹੈ। ਹੁਣ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੇ ਪੰਜਾਬੀ ਦੇ ਵਿੱਚ ਕਿਉਂ ਲਿਖਿਆ, ਇਹ ਕਿਉਂ ਨਹੀਂ ਇਨਾਮ ਕਰਾਮ ਦੇ ਚੱਕਰ ਦੇ ਵਿੱਚ, ਦਰਬਾਰ ਦੇ ਚੱਕਰ ਦੇ ਵਿੱਚ ਗਏ। ਇਸ ਦਾ ਸਿੱਧਾ ਸਾਵਾਂ ਜਵਾਬ ਹੈ ਵੀ ਕਿ ਇਹ ਲੋਕ ਜਿਹੜੇ ਸਨ ਇਹ ਲੋਕਾਈ ਦੇ ਨਾਲ ਜੁੜੇ ਹੋਏ ਸਨ। ਵਾਰਿਸ ਸ਼ਾਹ ਹੋਰੀ ਲੋਕਾਈ ਦੇ ਨਾਲ ਜੁੜੇ ਹੋਏ ਸਨ। ਉਹਨਾਂ ਨੇ ਇਹ ਜਿਹੜਾ ਵਾਰਿਸ ਸ਼ਾਹ ਅਰਬੀ ਫਾਰਸੀ ਦਾ ਬਹੁਤ ਵੱਡਾ ਆਲਮ ਸੀ। ਉਹ ਚਾਹੁੰਦਾ ਤੇ ਅਰਬੀ ਫਾਰਸੀ ਦੇ ਵਿੱਚ ਵੀ ਇਹਨੂੰ ਲਿਖ ਸਕਦਾ ਸੀ, ਉਹ ਵੀ ਖਿਲਤਾਂ ਲੈ ਸਕਦਾ ਸੀ, ਉਹ ਵੀ ਸਰਕਾਰੀ ਦਰਬਾਰੇ ਉਸ ਦੀ ਚੜ੍ਹ ਮੱਚ ਸਕਦੀ ਸੀ। ਪਰ ਉਸ ਨੇ ਲੋਕਾਈ ਦੀ ਬੋਲੀ ਦੇ ਵਿੱਚ ਜਿਹੜਾ ਹੈ ਇਸ ਨੂੰ ਲਿਖਣਾ ਜਿਹੜਾ ਨਾ ਉਹ ਪਸੰਦ ਕੀਤਾ। ਔਰ ਜਿਹੜਾ ਵੀ ਜੀ ਇਹ ਇੱਕ ਜਿਹੜੀ ਨਾ ਕਸਵੱਟੀ ਹੈ ਕਿ ਜਿਹੜਾ ਜੀ ਲੋਕਾਈ ਦੀ ਬੋਲੀ ਦੇ ਵਿੱਚ ਗੱਲ ਕਰਦਾ ਹੈ, ਇਹਦਾ ਮਤਲਬ ਇਹ ਹੈ ਕਿ ਉਹਦੀ ਜਿਹੜੀ ਜੁੜਤ ਹੈ ਉਹ ਲੋਕਾਈ ਦੇ ਨਾਲ ਹੈ, ਉਹਦੀ ਕੋਈ ਸਾਂਝ ਲੋਕਾਈ ਦੇ ਨਾਲ ਹੈ। ਉਹ ਜਿਹੜਾ ਲੋਕਾਈ ਦੇ ਜਿਹੜੇ ਮਸਲੇ ਨੇ, ਲੋਕਾਈ ਦੀ ਜਿਹੜੀ ਪੀੜ ਹੈ, ਲੋਕਾਈ ਦਾ ਜਿਹੜਾ ਦਰਦ ਹੈ, ਉਸ ਨੂੰ ਹੰਡਾਵਣ ਤੇ ਵੰਡਾਵਣ ਦੀ ਜਿਹੜੀ ਉਹ ਗੱਲ ਕਰਦਾ ਹੈ, ਉਹ ਬੋਲੀ ਤੋਂ ਜੁੜਿਆਂ ਬਗੈਰ ਨਹੀਂ ਹੋ ਸਕਦੀ। ਸੋ ਬੋਲੀ ਜਿਹੜੀ ਹੈ ਇਹ ਪਹਿਲੀ ਜੁੜਤ ਹੈ। ਜਿਸ ਵੇਲੇ ਤੁਸੀਂ ਬੋਲੀ ਦੇ ਨਾਲ ਜੁੜਦੇ ਹੋ ਤੇ ਤੁਸੀਂ ਲੋਕਾਂ ਦੇ ਨਾਲ ਜੁੜਦੇ ਹੋ। ਇਹਦੀ ਸਿੱਧੀ ਸਾਵੀਂ ਨਿਸ਼ਾਨੀ ਹੈ ਕਿ ਜੇ ਤੁਸੀਂ ਇਸ ਨੂੰ ਦਰਬਾਰੀ ਬੋਲੀ 'ਚ ਲਿਖਦੇ ਹੋ ਤੇ ਤੁਸੀਂ ਦਰਬਾਰ ਦੇ ਨਾਲ ਜੁੜਦੇ ਹੋ, ਜੇ ਤੁਸੀਂ ਇਹਨੂੰ ਲੋਕਾਈ ਦੀ ਬੋਲੀ ਨਾਲ ਦੇ ਵਿੱਚ ਗੱਲ ਕਰਦੇ ਹੋ ਤੇ ਫਿਰ ਤੁਸੀਂ ਲੋਕਾਈ ਨਾਲ ਜੁੜਦੇ ਹੋ। ਇਹ ਸਿੱਧੀ ਸਾਵੀਂ ਇੱਕ ਪਛਾਣ ਹੋ ਜਾਂਦੀ ਹੈ। ਇਹਦੇ ਵਾਸਤੇ ਕੋਈ ਐਡੇ ਪਾਪੜ ਨਹੀਂ ਵੇਲਣੇ ਪੈਂਦੇ ਕਿ ਤੁਹਾਨੂੰ ਲੱਭਣਾ ਪਵੇ ਕੌਣ ਬੰਦਾ ਜਿਹੜਾ ਨਾ ਉਹ ਕਿਹੜੀ ਧਿਰ ਦਾ ਬੰਦਾ ਹੈ। ਸੋ ਬੋਲੀ ਜਿਹੜੀ ਹੈ ਇਹ ਨਿਰਾ ਆਪਣੇ ਵਿਚਾਰ ਜਿਹੜੇ ਨੇ ਉਹ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਸਾਧਨ ਨਹੀਂ ਹੁੰਦੀ, ਜ਼ਰੀਆ ਨਹੀਂ ਹੁੰਦੀ, ਬਲਕਿ ਇਹ ਇੱਕ ਵਿਚਾਰਧਾਰਾ ਹੈ। ਔਰ ਇੱਕ ਵਿਚਾਰਧਾਰੇ ਨੂੰ ਜਿਹੜਾ ਨਾ ਜ਼ਾਹਰ ਕਰਦੀ ਹੈ ਕਿ ਲਿਖਣ ਵਾਲਾ ਜੀ ਜਿਹੜਾ ਹੈ ਉਹ ਕੀ ਚਾਹੁੰਦਾ ਹੈ, ਉਸ ਦਾ ਟੀਚਾ ਕੀ ਹੈ, ਉਹ ਕਿਸ ਆਪਣੀ ਗੱਲ ਨੂੰ ਕਿਸ ਪਾਸੇ ਲਿਜਾਣਾ ਚਾਹੁੰਦਾ ਹੈ। ਸੋ ਜਿਸ ਵੇਲੇ ਇੱਕ ਆਲਮ ਫਾਜ਼ਲ ਆਦਮੀ ਜਿਹੜਾ ਕਿ ਅਰਬੀ ਵੀ ਜਾਣਦਾ ਹੋਵੇ ਔਰ ਫਾਰਸੀ ਵੀ ਜਾਣਦਾ ਹੋਵੇ, ਜਾਂ ਵੇਲੇ ਦੀ ਜਿਹੜੀ ਵੀ ਦਰਬਾਰੀ ਬੋਲੀ ਹੈ ਉਸ ਦਾ ਗੁਣੀ ਹੋਵੇ, ਉਸ ਦਾ ਗਿਆਨ ਰੱਖਦਾ ਹੋਵੇ, ਲੇਕਿਨ ਇਸ ਦੇ ਬਾਵਜੂਦ ਵੀ ਉਹ ਲੋਕਾਈ ਦੀ ਬੋਲੀ ਨਾਲ ਜੁੜੇ, ਤੇ ਇਹਦਾ ਮਤਲਬ ਹੈਗਾ ਕਿ ਉਹ ਬੰਦਾ ਲੋਕਾਈ ਦਾ ਹੈ ਔਰ ਉਹ ਲੋਕਾਈ ਦੀ ਗੱਲ ਕਰਦਾ, ਉਹ ਲੋਕਾਈ ਦਾ ਸੂਝਵਾਨ ਹੈ। ਕਿਉਂਕਿ ਲੋਕਾਈ ਜਿਹੜੀ ਹੈ ਉਹ ਤੇ ਆਪਣੀ ਹੱਡ ਪੀਵੀਂ ਮਿਹਨਤ ਕਰ ਰਹੀ ਹੁੰਦੀ ਹੈ, ਉਹਦੇ ਪੈਦਾਵਾਰੀ ਅਮਲ ਦੇ ਵਿੱਚ ਸ਼ਰੀਕ ਹੁੰਦੀ ਹੈ, ਔਰ ਉਹਨਾਂ ਦੀ ਉਹ ਮਿਹਨਤ ਹੀ ਹੁੰਦੀ ਹੈ ਜਿਹਦੇ ਸਿਰ ਦੇ ਉੱਤੇ ਹੁਕਮਰਾਨ ਤਬਕਾ ਜਿਹੜਾ ਨਾ ਉਹ ਐਸ਼ ਕਰ ਰਿਹਾ ਹੁੰਦਾ ਹੈ। ਜਿਹੜੇ ਦਰਬਾਰ ਨੇ ਇਹ ਵੱਧ ਫੁਰ ਰਹੇ ਹੁੰਦੇ ਨੇ, ਤਾਂ ਉਹ ਜਿਹੜਾ ਉਹਨਾਂ ਦੇ ਨਾਲ ਜੋ ਹੋ ਰਿਹਾ ਹੁੰਦਾ ਉਹਦੇ ਨਾਲ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸੋ ਉਹ ਜੋ ਉਹਨਾਂ ਦੇ ਨਾਲ ਬੀਤ ਰਹੀ ਹੁੰਦੀ ਹੈ, ਜੋ ਉਹ ਪੀੜ ਹੰਢਾ ਰਹੇ ਹੁੰਦੇ ਨੇ, ਉਸ ਪੀੜ ਨੂੰ ਕੂਕ ਬਣਾਉਣ ਲਈ, ਹੂਕ ਬਣਾਉਣ ਲਈ, ਉਹਨੂੰ ਇੱਕ ਲਹਿਰ ਬਣਾਉਣ ਲਈ ਇਹ ਜਿਹੜੇ ਕਾਨੀਕਾਰ ਨੇ ਇਹ ਮੈਦਾਨ ਵਿੱਚ ਆਉਂਦੇ ਨੇ
और ये उन्होंने जी अगवाई जी है ना वो करते हैं। सो वारिस शाह ने और दमोदर दास ने या दूसरे जोड़े साढ़े हाफिज मुकबल ये जोड़े लोग ने इन्होंने लुकाई के नाल जोड़ा है ना अपना जी सांझ है वो जोड़ी और दसिया कि असी ना किसी लालच के बंदे हाँ, असी सिर्फ लुकाई के बंदे हाँ और लुकाई के नाल अपनी सांझ बना के और ये किस्सा नवा लिखण की जी गल हो रही है ये पिछे भी कोई एवं शौक ना नहीं लिख रहे कि इन्होंने कोई किस्सा लिखण का शौक है या इन्होंने कोई किस्सा पढ़न का शौक है नहीं, किस्सियां दे राहीं वजह है वे कि किस्से क्यों लिखे जाते सन, किस्से क्यों बनाए जाते सन। इसलिए कि बंदे की जी है ना बंदे का जो मोह है वो कहानी दे विच है। बंदा कहानी बाज है, बंदा कहानी बनाउंदा है। तुसी अगर अपनी हयाती से गौर करो तुहानू जिंदगी दे विच तुसी कई कहानियां बनाईयां होणगियां, कई तुहानू ऐसियां औकतां आईयां होणगियां जिथे तुसी गल नूं लुकाउण लई गल नूं छुपाउण लई तुसी कहानी बनाई होएगी। तुसी अज ही गौर करना शुरू कर दो, तुहानू तुहाडीआं अपणीआं बनाईयां होईयां कई कहानियां तुहानू चेते आ जाणगीआं। इसे तरह ही इंसान ने जिस वेले इस जगत पसार से गौर करना शुरू किया, पहले पहल इसका ज़हन बहुत छोटा सी क्योंकि इंसान का बुनियादी गुण तो सोचना है ना, तो इसने सोचना शुरू किया कि यह कायनात कित्थों आई है, यह जगत पसार जिहड़ा एडा वड्डा है इनू पिछे कौन चला रहा, ये कोई चलाने वाला है भी है कि नहीं है। सो ये सवाल ये दिमाग के जिहड़ा ना उगड़ते सन। इन्हां सवालों का ये कोई पक्का बेड़ा जवाब नहीं सीगा। ये ख्वाब देखदा सी, ख्वाब दे विच वनो वन जिहड़ियां शक्लां देखदा सी और वो शक्लां अपने तो भारी शक्लां वेखदा सी, अपने तो ताकतवर शक्लां वेखदा सी। इथों इन्हें ना एक टेवा लाया कि इस तो इलावा भी कोई दुनिया है जिहदे जी ने जिहड़े मैनूं ख्वाब च आके मिलते हैं, इन्हां दी भी कोई दुनिया है। सो उसने उन्होंने दुनिया के नाम रखे और एक कहानियां के जरिए जिन्हों असी मिथ कहने, मिथਿਆਸ कहने। मिथਿਆਸ हुंदा पुरातन कहानियां, पुरातन वेले दीयां कहानियां, पुराने वेले दीयां कहानियां जड़ियां कि देवतावां दे उत्ते आधारित हुंदियां सन, ताकतवर जियां ते आधारित हुंदियां सन, अकलो बाहरी ताकतां दे उत्ते जिहड़ा ना वो आधारित हुंदियां सन। सो वारिस शाह होरी अपनी कला दे राहीं देखो किहड़े किहड़े राज जिहड़े ने वो खोलदे पए ने कि इश्क हीर दा नवां बनाईए जी। सो जिस वे हीर का जिहड़ा इश्क है वो सानू हुण पता लग गया कि किन्ना किन्ना ने बनाया सी। दमोदर दास तो लैके ते वारिस शाह तक जे असीं कहानियां पढ़ीए तो हर एक की कहानी मुख्तलिफ है, किसी एक की कहानी एक नहीं हैगी। क्योंकि अगर तो वो वाकया हुंदा तो वो एक हुंदा, लेकिन यह चूंकि हर बंदे की कहानी मुख्तलिफ है। दमोदर दास जिहड़ा है उसने अपनी कहानी नूं चलाउण लई इथों तक उन्होंने कहना पिया कि आख दमोदर अखी डिठा, यानी कि लोगों का उहदे विच मोह पैदा करने, लोगों का ध्यान खिंचण लई उसने एक कला का जिहड़ा ना वो इस्तेमाल किया और वो आख दमोदर अखी डिठा आख के उसने ये साबित करने की कोशिश की कि यह वाकया जिहड़ा ना ये असली है। पर वारिस शाह ने इंज नहीं किया। वारिस शाह ने सीधे सामने लफ्जों के विच कहता कि बनाइए जी कि यह बनाया है, ये घड़िया है, तो चीज़ां जिहड़ियां ने यह करनियां पैंदियां ने चीज़ां समझाउण लई। सो सिर्फ हीर रांझे दा किस्सा नहीं, आदम हवा तो तुसी शुरू हो जाओ तो तुहानू पता लगेगा कि आदम हवा का किस्सा भी किसी एक जगह तो एक नहीं है, वो भी मुख्तलिफ है, वो भी किसी जगह तो हो रहा है, किसी जगह तो हो रहा है। इसलिए कि किसी जगह तो वसो होर सी, दूसरी जगह तो वसो होर सी। सो अपने अपना जिहड़ा आल दुआले का माहौल सी, किस्से कहानियां ये अपने माहौल चों निकलदियां ने। तुसी घर दा ते उसनूं दिमाग जिहड़ा है वो अपने आल दुआले तो असर कबूल करता है। हुण जिस वेले वारिस शाह ने अपना आल दुआला दिखाया, वारिस शाह ने कहा कि यार असां नूं आण सवाल किया तो असी पहली लड़ी दे विच इस ते गल कीती सी कि यार कित्थों आए ने, यार मुख्तलिफ लहरां दे विचों आए ने और वो समाज का हिस्सा ने। सो इत्थे बैठ के जिहड़ी है ना वो गलबात हो रही, किस्सा लिखिया जा रहा है। ये किस्सा जिहड़ा है कोई असमानों नहीं उतर रहा, ये बनदा पिया लुकाई सज्जणा बेलियां दी सहायता दे नाल, उन्हां दी मदद नाल बनदा पिया और फिर उत्थे तनकीद हो रही है, आलोचना हो रही है, उससे क्रिटिसिज्म हो रहा है, चीज़ों को वेख्या भालिया जा रहा, परखिया पड़चोलिया जा रहा। किस्सा जिहड़ा है वो जिहड़ा जिस तरह लस्सी रिड़की दी है उस तरह रेड़ के इसनूं जिहड़ा है वो लुकाई के सामने जिहड़ा है ना वो पेश किया जा रहा है। इससे अगे जाके वारिस शाह इससे गल करेगा, लेकिन साडे लई समझण दी गल है वे खासकर जिहड़ी किस्साकारी है कि किस्से दे विच बंदे दा मोह हुंदा है। असीं देखने हैं कि पुराने वेलियां दे विच दादी नानी जिहड़ी सी बालां नूं कहानियां सुणाउंदी सी, बालां दा मोह हुंदा सी कहानियां दे विच। एक बादशाह सी, एक फलां सी, एक फलां सी, वो कहानी जिहड़ी वो मुकदी नहीं सी हुंदी। सो इंसान ने पहले पहल कायनात का जिहड़ा पसार है उससे जिस वेले गौर करना शुरू किया
ਤੇ ਆਪਣੇ ਮਹਿਦੂਦ ਜ਼ੇਨ ਦੇ ਨਾਲ ਉਸਨੇ ਜਿਹੜੀਆਂ ਨੇ ਕਹਾਣੀਆਂ ਬਣਾਈਆਂ ਜਿਹਦੇ ਵਿੱਚ ਜਿਹੜੀਆਂ ਸੁਪਰ ਤਾਕਤਾਂ ਨੇ ਉਹਨਾਂ ਦੀ ਆਪਸ 'ਚ ਲੜਾਈ ਹੁੰਦੀ ਹੈ। ਲੇਕਿਨ ਜਿਉਂ-ਜਿਉਂ ਬੰਦੇ ਦਾ ਜ਼ੇਨ ਜਿਹੜਾ ਹੈ ਉਹ ਅੱਗੇ ਵੱਧਦਾ ਜਾਂਦਾ ਹੈ, ਇਹਦੇ ਵਿੱਚ ਇਨਸਾਨ ਆਣੇ ਸ਼ੁਰੂ ਹੋ ਜਾਂਦੇ ਨੇ। ਫਿਰ ਇਹ ਕਹਾਣੀਆਂ ਇਨਸਾਨਾਂ ਦੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਪਹਿਲਾਂ ਜਿੰਨ ਦੀ ਜਿੰਨ ਨਾਲ ਲੜਾਈ ਹੁੰਦੀ ਸੀ, ਜਿਹੜਾ ਦੇਵਤਾ ਦੀ ਦੇਵਤਾ ਨਾਲ ਲੜਾਈ ਹੁੰਦੀ ਸੀ, ਫਿਰ ਦੇਵਤਾ ਦੀ ਇਨਸਾਨ ਦੇ ਨਾਲ ਲੜਾਈ ਸ਼ੁਰੂ ਹੋ ਗਈ, ਫਿਰ ਜਿੰਨ ਦੀ ਇਨਸਾਨਾਂ ਦੇ ਨਾਲ ਲੜਾਈ ਸ਼ੁਰੂ ਹੋ ਗਈ, ਕਿਉਂਕਿ ਬੰਦੇ ਨੇ ਖੁਦ ਆਪਣੀ ਕੁਦਰਤ ਜਿਹੜੀ ਹੈ ਉਹ ਇਹਦੇ ਵਿੱਚ ਪੈਦਾ ਕਰਨੀ ਸ਼ੁਰੂ ਕਰਤੀ। ਜਿਉਂ-ਜਿਉਂ ਬੰਦੇ ਦੀ ਆਪਣੀ ਕੁਦਰਤ ਉਸਰਦੀ ਗਈ, ਬੰਦਾ ਇੱਕ ਵੇਲੇ ਤੇ ਕੁਦਰਤ ਦੇ ਅੱਗੇ ਨਿਉ ਜਾਂਦਾ ਸੀ, ਸਜਦੇ ਕਰਨ ਲੱਗ ਪੈਂਦਾ ਸੀ। ਪਹਾੜ ਨੂੰ ਵੇਖਿਆ ਉਸਨੂੰ ਸਜਦਾ ਕਰਤਾ, ਦਰਿਆ ਨੂੰ ਵੇਖਿਆ ਉਹਨੂੰ ਸਜਦਾ ਕਰਦਾ, ਸੱਪ ਨੂੰ ਦੇਖਿਆ ਉਹਨੂੰ ਸਜਦਾ ਕਰਤਾ, ਵੱਡੀਆਂ ਸ਼ੈਵਾਂ ਦੇਖੀਆਂ ਉਹਨੂੰ ਸਜਦਾ ਕਰਤਾ। ਲੇਕਿਨ ਹੌਲੇ ਹੌਲੇ ਜ਼ੇਨ ਦੇ ਹੁਣ ਦੋ ਰੁਖ ਬਣਨੇ ਸ਼ੁਰੂ ਹੋਏ। ਇੱਕ ਰੁਖ ਨੇ ਇਹ ਫੈਸਲਾ ਕੀਤਾ ਕਿ ਇਸ ਕਾਇਨਾਤ ਨੂੰ ਕੋਈ ਹੋਰ ਚਲਾ ਰਿਹਾ ਹੈ, ਸੋ ਜੋ ਕੋਈ ਹੋਰ ਚਲਾ ਰਿਹਾ ਹੈ ਤੇ ਉਹਦੀ ਮਰਜ਼ੀ ਹੈ ਕਿ ਉਹ ਮੇਰੇ ਹਾਲਾਤ ਬਦਲ ਦੇਵੇ, ਉਹਦੀ ਮਰਜ਼ੀ ਹੈ ਕਿ ਮੇਰੇ ਆਲੇ ਦੁਆਲੇ ਨੂੰ ਬਦਲ ਦੇ, ਮੇਰਾ ਕੰਮ ਹੈਗਾ ਉਹਨੂੰ ਖੁਸ਼ ਕਰਨਾ। ਜਿਹਦੇ ਵਿੱਚ ਇਹ ਮਜ਼ਾਹਬ ਦੇ ਅਦਾਰੇ ਜਿਹੜੇ ਨੇ ਉਹ ਹੋਂਦ ਵਿੱਚ ਆਏ, ਪੀਰੀ ਫਕੀਰੀ ਦੇ ਜਿਹੜੇ ਅਦਾਰੇ ਨੇ ਉਹ ਹੋਂਦ ਵਿੱਚ ਆਏ, ਅਮਲੀਆਤ ਦੇ ਜਿਹੜੇ ਅਦਾਰੇ ਨੇ ਉਹ ਹੋਂਦ ਵਿੱਚ ਆਏ। ਦੂਸਰਾ ਜਿਹੜਾ ਜ਼ਹਿਨੀ ਵਰਤਾਰਾ ਉਹ ਇਹ ਪੈਦਾ ਹੋਇਆ ਕਿ ਨਹੀਂ, ਇਸ ਕਾਇਨਾਤ ਨੂੰ ਕੋਈ ਨਹੀਂ ਚਲਾ ਰਿਹਾ, ਇਹ ਕਾਇਨਾਤ ਜਿਹੜੀ ਹੈ ਇਹ ਮਾਦੇ ਦੀ ਬਣੀ ਹੋਈ ਹੈ ਔਰ ਇਹ ਮਾਦੇ ਦੇ ਕੁਝ ਕਵਾਨੀਨ ਨੇ, ਕਾਇਨਾਤ ਉਹਨਾਂ ਕਵਾਨੀਨ ਦੇ ਨਾਲ ਜਿਹੜੀ ਉਹ ਚੱਲਦੀ ਪਈ ਹੈ। ਸੋ ਪਹਿਲੀ ਜਿਹੜੀ ਫਿਲਾਸਫੀ ਸੀ, ਔਰ ਇਹ ਜਿਹੜੇ ਲੋਕ ਬਕਾਇਦਾ ਸੋਚਦੇ ਨੇ, ਜਿਹੜੀ ਯਾਨੀ ਕਿ ਜਿਹੜੇ ਅਕਲ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ, ਇੱਕ ਢੰਗ ਬਣਾ ਕੇ, ਜਿਵੇਂ ਵਾਰਿਸ ਸ਼ਾਹ ਤੇ ਉਹਦੇ ਯਾਰ ਸੋਚ ਰਹੇ ਨੇ, ਤੇ ਵਾਰਿਸ ਸ਼ਾਹ ਤੇ ਉਹਦੇ ਯਾਰ ਜਿਹੜੇ ਨੇ ਉਹ ਫਲਸਫੀ ਨੇ, ਉਹ ਇੱਕ ਢੰਗ ਬਣਾ ਕੇ, ਇੱਕ ਤਰੀਕਾ ਬਣਾ ਕੇ ਉਹਦੇ ਤਹਿਤ ਮਾਮਲਾਤ ਦੇ ਉੱਤੇ ਸੋਚ ਰਹੇ ਨੇ। ਤੇ ਜਦੋਂ ਤੁਸੀਂ ਕਾਇਨਾਤ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹੋ ਇੱਕ ਬਕਾਇਦਾ ਤਰੀਕਾ ਬਣਾ ਕੇ, ਤੇ ਉਸ ਨੂੰ ਫਲਸਫੀ ਕਿਹਾ ਜਾਂਦਾ। ਫਲਸਫੇ ਦੇ ਵਿੱਚ ਜਿਹੜਾ ਨਾ ਦੋ ਜਿਹੜੇ ਰਾਹ ਨੇ, ਇੱਕ ਹੈ ਆਈਡੀਅਲਿਜ਼ਮ। ਆਈਡੀਅਲਿਜ਼ਮ ਦਾ ਮਤਲਬ ਹੈਗਾ ਕਿ ਜਿਹੜਾ ਖਿਆਲ ਹੈ ਨਾ ਉਸ ਨੇ ਮਾਦੇ ਨੂੰ ਪੈਦਾ ਕੀਤਾ ਹੈ। ਦੂਸਰਾ ਜਿਹੜਾ ਹੈ ਉਹ ਮਟੀਰੀਅਲਿਜ਼ਮ ਹੈ, ਯਾਨੀ ਕਿ ਪਦਾਰਥਕਵਾਦ ਹੈ, ਮਾਦਾ ਪਰਸਤੀ ਹੈ, ਜਿਹਦਾ ਮਤਲਬ ਹੈਗਾ ਕਿ ਖਿਆਲ ਜਿਹੜਾ ਹੈ ਉਹ ਮਾਦੇ ਤੋਂ ਬਗੈਰ ਪੈਦਾ ਨਹੀਂ ਹੋ ਸਕਦਾ। ਮੇਰਾ ਖਿਆਲ ਜ਼ੇਨ ਦੇ ਵਿੱਚ ਆਉਂਦਾ ਹੈ ਤੇ ਜਿਹੜਾ ਜ਼ੇਨ ਹੈ ਇਹ ਮਾਦਾ ਹੈ। ਜੇ ਮੇਰਾ ਇਹ ਜਿਹੜਾ ਜ਼ੇਨ ਹੈ ਇਹ ਬਰਬਾਦ ਹੋ ਜਾਏ, ਇਹ ਖਤਮ ਹੋ ਜਾਏ, ਤੇ ਖਿਆਲ ਨਹੀਂ ਆਏਗਾ ਇਹਦੇ ਵਿੱਚ। ਸੋ ਜਿਹੜਾ ਖਿਆਲ ਹੈ ਉਹ ਮਾਦੇ ਦਾ ਮੁਹਤਾਜ ਹੈ। ਸੋ ਲਿਹਾਜ਼ਾ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਫਿਲਾਸਫੀ ਦੇ ਮਾਦੀ ਫਿਲਾਸਫੀ ਤੇ ਜਿਨ੍ਹਾਂ ਕੌਮਾਂ ਨੇ, ਜਿਨ੍ਹਾਂ ਬੰਦਿਆਂ ਨੇ ਅਮਲ ਕੀਤਾ, ਉਹ ਜ਼ਿੰਦਗੀ ਦੇ ਦੌਰ 'ਚ ਅੱਗੇ ਨਿਕਲ ਗਏ ਨੇ। ਜਿਨ੍ਹਾਂ ਨੇ ਜਿਹੜੇ ਖਿਆਲ ਪਰਸਤੀ 'ਚ ਰਹੇ ਨੇ, ਖਿਆਲ ਪਰਸਤੀ ਫਲਸਫੇ ਦੇ ਰਹੇ ਨੇ, ਉਹ ਜ਼ਿੰਦਗੀ ਦੇ ਦੌਰ ਦੇ ਵਿੱਚ ਜਿਹੜਾ ਨਾ ਉਹ ਪਿੱਛੇ ਰਹਿ ਗਏ ਨੇ। ਹੁਣ ਵਾਰਿਸ ਸ਼ਾਹ ਹੁਰੀ ਜਿਹੜਾ ਨਾ ਇੱਕ ਟੈਕਨੀਕਲ ਢੰਗ ਦੇ ਨਾਲ, ਕਿਉਂਕਿ ਜਿਹੜੀਆਂ ਸੋਚਾਂ ਬਣੀਆਂ ਹੁੰਦੀਆਂ ਨੇ ਕਿਸੇ ਵੀ ਸੂਝਵਾਨ ਲਈ, ਜਿਹੜਾ ਸਭ ਤੋਂ ਵੱਡਾ ਮਸਲਾ ਹੁੰਦਾ ਸਮਾਜ ਦੇ ਵਿੱਚ ਬੰਦਿਆਂ ਦੀਆਂ ਜਿਹੜੀਆਂ ਮਿਥਿਆਸ ਬਣ ਗਈਆਂ ਹੁੰਦੀਆਂ ਨੇ, ਜਿਹੜੇ ਅਕੀਦੇ ਬਣ ਗਏ ਹੁੰਦੇ ਨੇ, ਜਿਹੜੇ ਪੈਰਾਡੌਕਸ ਬਣ ਗਏ ਹੁੰਦੇ ਨੇ, ਉਹਨਾਂ ਨੂੰ ਤੋੜਨਾ ਬੜਾ ਮੁਸ਼ਕਲ ਹੁੰਦਾ ਹੈ। ਤੋਂ ਸਿਆਣੇ ਕਹਿੰਦੇ ਨੇ ਕਿ ਕੋਈ ਐਸਾ ਢੰਗ ਜਿਹੜਾ ਨਾ ਉਹ ਵਰਤਿਆ ਜਾਏ ਕਿ ਸੱਪ ਵੀ ਮਰ ਜਾਏ ਤੇ ਸੋਟਾ ਵੀ ਨਾ ਟੁੱਟੇ, ਜਾਂ ਇਹ ਢੰਗ ਵਰਤਿਆ ਜਾਏ ਕਿ ਆਖਾਂ ਧੀ ਨੂੰ ਤੇ ਸਮਝਾਵਾਂ ਨੂੰਹ ਨੂੰ। ਸੋ ਇਸ ਤਰੀਕੇ ਦੇ ਨਾਲ, ਇਸ ਢੰਗ ਦੇ ਨਾਲ ਜਿਹੜਾ ਨਾ ਗੱਲ ਕੀਤੀ ਜਾਏ ਕਿ ਉਹ ਜਿਹੜਾ ਬੰਦਾ ਹੈ ਨਾ ਉਹਨੂੰ ਕੋਈ ਠੇਸ ਵੀ ਨਾ ਪਹੁੰਚੇ, ਠੀਕ ਹੈ, ਔਰ ਉਸ ਨੂੰ ਗੱਲ ਸਮਝ ਦੇ ਵਿੱਚ ਵੀ ਆ ਜਾਵੇ। ਇਸ ਤਰੀਕੇ ਨਾਲ ਕੀਤੀ ਜਾਏ ਕਿ ਨਵੀਂ ਗੱਲ ਜਿਹੜੀ ਹੈ ਨਾ ਉਹਨੂੰ ਹਜ਼ਮ ਕਰਨਾ ਬੜਾ ਮੁਸ਼ਕਲ ਹੁੰਦਾ, ਬੜਾ ਪਚਾ ਕਰਨਾ ਬਹੁਤ ਮੁਸ਼ਕਲ ਹੁੰਦਾ। ਲਿਹਾਜ਼ਾ ਕੋਈ ਐਸਾ ਢੰਗ ਇਖਤਿਆਰ ਕੀਤਾ ਜਾਏ ਕਿ ਜਿਹਦੇ ਨਾਲ ਉਹ ਗੱਲ ਜਿਹੜੀ ਹੈ ਨਾ ਉਹ ਪਚ ਸਕੇ, ਉਹ ਕਾਬਲੇ ਕਬੂਲ ਹੋ ਸਕੇ, ਉਹ ਚੱਲ ਸਕੇ। ਇਸੇ ਲਈ ਵਾਰਿਸ ਸ਼ਾਹ ਹੋਰੀ ਦੂਸਰੀ ਤੁਕ ਦੇ ਵਿੱਚ ਕਹਿੰਦੇ ਨੇ, ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ, ਕਿਉਂਕਿ ਗੱਲ ਨਵੀਂ ਹੈ। ਹੁਣ ਤੁਸੀਂ ਨਵੀਂ ਗੱਲ ਲਿਖਣ ਲੱਗੇ ਹੋ, ਨਵੀਂ ਗੱਲ ਦਾ ਤਸਲੀਮ ਕੀਤਾ ਜਾਣਾ, ਨਵੀਂ ਗੱਲ ਦਾ ਮੰਨਿਆ ਜਾਣਾ, ਉਹਦੀ ਮਾਨਤਾ ਹੋਣਾ, ਇਹ ਬੜਾ ਔਖਾ ਕੰਮ ਹੈ। ਬੜੇ ਬੜੇ ਲੋਕ ਆਏ ਲੇਕਿਨ ਉਹ ਆਪਣੀ ਗੱਲ ਨਹੀਂ ਮਨਵਾ ਸਕੇ। ਲੇਕਿਨ ਉਹ ਸਦੀਆਂ ਲੱਗ ਜਾਂਦੀਆਂ ਨੇ ਇੱਕ ਵਿਚਾਰਧਾਰਾ ਨੂੰ ਮਨਵਾਉਣ ਲੱਗਿਆ, ਫਿਰ ਕਿਤੇ ਜਾ ਕੇ ਜਿਹੜਾ ਨਾ ਕੋਈ ਤਬਦੀਲੀ ਜਿਹੜੀ ਹੈ ਉਹ ਸਮਾਜ ਦੇ ਵਿੱਚ ਆਉਂਦੀ ਹੈ। ਲੇਕਿਨ ਉਹਨੂੰ, ਉਸ ਤਬਦੀਲੀ ਨੂੰ ਕੋਈ ਪਹਿਲਾਂ ਇੱਕ ਬੰਦਾ ਜਿਹੜਾ ਨਾ ਉਹ ਸ਼ੁਰੂ ਕਰਦਾ ਹੈ। ਉਸ ਇੱਕ ਬੰਦੇ ਤੋਂ ਫਿਰ ਜਿਹੜਾ ਹੈ ਉਹ 100 ਹੁੰਦਾ, ਫਿਰ 1000 ਹੁੰਦਾ, ਫਿਰ ਲੱਖ ਹੁੰਦਾ, ਫਿਰ ਇੱਕ ਕੁਆਲੀਟੇਟਿਵ ਚੇਂਜ ਜਿਹੜੀ ਹੈ ਨਾ ਉਹ ਸੁਸਾਇਟੀ ਦੇ ਵਿੱਚ ਆਉਂਦੀ ਹੈ। ਹੁਣ ਅਸੀਂ ਜਿਸ ਦੌਰ ਦੇ ਵਿੱਚ ਵਾਰਿਸ ਸ਼ਾਹ ਹੋਰੀ ਹੀਰ ਲਿਖ ਰਹੇ ਨੇ, ਇਹ ਇੱਕ ਥਰਥੱਲੀ ਦਾ ਦੌਰ ਹੈ, ਇਹ ਅਫਰਾ ਤਫਰੀ ਦਾ ਦੌਰ ਹੈ। ਇਸ ਦੇ ਵਿੱਚ ਜਿਹੜੀਆਂ ਮਕਾਮੀ ਤਾਕਤਾਂ ਨੇ, ਜਿਹੜੇ ਸਿੱਖ ਮਿਸਲਾਂ ਨੇ, ਉਹ ਆਪਸ ਦੇ ਵਿੱਚ ਵੀ ਭਿੜ ਰਹੀਆਂ ਨੇ ਤੇ ਮੁਗਲਾਂ ਦੇ ਨਾਲ ਵੀ ਭਿੜ ਰਹੀਆਂ ਨੇ, ਅਫਗਾਨੀ ਲੁਟੇਰਿਆਂ ਦੇ ਨਾਲ ਵੀ ਜਿਹੜਾ ਨਾ ਉਹ ਭਿੜ ਰਹੀਆਂ ਨੇ। ਤੇ ਸਮਾਜੀ ਹਾਲਤ ਸਾਡੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਦੀ ਹੋ ਚੁੱਕੀ ਹੈ
ਕਿ ਮਾਂ ਨੂੰ ਧੀ ਦੇ ਵਸਾ ਨਹੀਂ ਹੈਗਾ, ਜਦੋਂ ਆਪਣੀ ਆਪਣੀ ਪੈ ਗਈ ਹੈ ਮਾਂ ਧੀ ਨੂੰ ਲੁੱਟ ਕੇ ਲੈ ਗਈ ਹੈ। ਮਸਲ ਇਹ ਗਾ ਪੈਂਚਾ ਪਿੰਡ ਦੇ ਸੱਚ ਤੋਂ ਤਰਕ ਕੀਤੀ ਰਾਜ਼ੀ ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ। ਯਾਨੀ ਕਿ ਜਿਹੜੇ ਪਿੰਡ ਦੀ ਜਿਹੜੀ ਪੰਚਾਇਤ ਹੈ ਔਰ ਜਿਹੜਾ ਕਾਜ਼ੀ ਹੈ, ਜਿਹੜਾ ਸ਼ਹਿਰਾਂ ਦਾ ਨੁਮਾਇੰਦਾ ਹੈ, ਉਹ ਦੋਨੋਂ ਅੰਨੇ ਹੋਏ ਨੇ, ਉਹ ਦੋਨੋਂ ਹੀ ਇਨਸਾਫ ਨਹੀਂ ਕਰ ਰਹੇ। ਤੇ ਅਸੀਂ ਅੱਜ ਦੇ ਦੌਰ ਦੇ ਵਿੱਚ ਦੇਖੀਏ ਸਾਡੀਆਂ ਵੀ ਪੰਚਾਇਤਾਂ ਜਿਹੜੀਆਂ ਨੇ ਉਹ ਕੋਈ ਫੈਸਲੇ ਨਹੀਂ ਕਰ ਰਹੀਆਂ। ਰਿਸ਼ਵਤ ਜਿਹੜੀ ਹੈ ਸਾਡੇ ਇੱਥੇ ਉਹ ਇੱਕ ਜਿਹੜੀ ਹੈ ਉਹ ਚਲਾਕੀ ਦਾ, ਫਨਕਾਰੀ ਦਾ ਇੱਕ ਸਿੰਬਲ ਬਣ ਗਈ ਹੈ। ਰਿਸ਼ਵਤਖੋਰ ਸਮਾਜ ਜਿਹੜਾ ਉਹ ਆਪਣੇ ਆਪ ਤੇ ਮਾਣ ਕਰਦਾ ਪਿਆ। ਯਾਨੀ ਕਿ ਰਿਸ਼ਵਤ ਲੈਣਾ ਔਰ ਦੇਣਾ ਕੋਈ ਬੁਰੀ ਗੱਲ ਨਹੀਂ ਸਮਝੀ ਜਾ ਰਹੀ। ਇਸ ਤਰ੍ਹਾਂ ਜਿਹੜੀਆਂ ਅਦਾਲਤਾਂ ਨੇ ਉਹ ਵੀ ਧੜੱਲੇ ਦੇ ਨਾਲ ਜਿਹੜਾ ਹੈ ਉਹ ਗੈਰ ਕਾਨੂੰਨੀ, ਗੈਰ ਆਈਨੀ ਜਿਹੜੇ ਫੈਸਲੇ ਨੇ ਉਹ ਕਰੀ ਜਾ ਰਹੀਆਂ ਨੇ। ਕੋਈ ਵੀ ਧਿਰ ਜਿਹੜੀ ਹੈ ਉਹ ਆਪਣੀ ਜਗ੍ਹਾ ਤੇ ਨਹੀਂ ਖਲੋਤੀ ਹੋਈ। ਹਰ ਧਿਰ ਜਿਹੜੀ ਹੈ ਉਹ ਆਪਣੀ ਜਗ੍ਹਾ ਤੋਂ ਅਗਾਂਹ ਪਿਛਾਂਹ ਹੋਈ ਹੈ। ਇਹੋ ਹੀ ਹਾਲਾਤ ਵਾਰਿਸ ਸ਼ਾਹ ਦੇ ਵੇਲੇ ਦੇ ਵਿੱਚ ਹੈ ਸਨ। ਔਰ ਇਹਦੇ ਵਿੱਚ ਜਿਹੜੇ ਸੰਜੀਦਾ ਲੋਕ ਨੇ, ਗੰਭੀਰਤਾ ਵਾਲੇ ਜਿਹੜੇ ਲੋਕ ਨੇ, ਉਹ ਸੋਚਣ ਦੇ ਮਜਬੂਰ ਨੇ। ਉਹਨਾਂ ਨੇ ਆਪਣੀ ਸੰਗਤ ਜਿਹੜੀ ਹੈ ਉਹ ਸਾਰੀ ਹੋਈ ਹੈ ਔਰ ਉਹ ਸੰਗਤ ਦੇ ਵਿੱਚ ਜਿਹੜਾ ਹੈ ਉਹ ਕੋਈ ਗੱਲ ਕਰਨਾ ਚਾਹ ਰਹੇ ਨੇ, ਉਹ ਕੋਈ ਵਿਚਾਰਧਾਰਾ ਲੋਕਾਂ ਨੂੰ ਦੇਣਾ ਚਾਹ ਰਹੇ ਨੇ, ਉਹ ਲੋਕਾਂ ਦੇ ਵਿੱਚ ਇੱਕ ਨਵੀਂ ਸੋਚ ਜਿਹੜੀ ਹੈ ਉਸ ਦਾ ਬੂਟਾ ਲਾਣਾ ਚਾਹ ਰਹੇ ਨੇ। ਇਹ ਬੂਟਾ ਕਿਵੇਂ ਲਾਇਆ ਜਾਏ, ਉਹ ਕਿਹੜਾ ਢੰਗ ਵਰਤਿਆ ਜਾਏ, ਇਸ ਦੇ ਬਾਰੇ ਸੋਚਿਆ ਜਾ ਰਿਹਾ ਹੈਗਾ। ਔਰ ਇੱਥੋਂ ਪੜ੍ਹ ਕੇ ਸਾਨੂੰ, ਅਸੀਂ ਜਿਸ ਹਾਲਾਤ ਦੇ ਵਿੱਚ ਰਹਿ ਰਹੇ ਹਾਂ, ਅਸੀਂ ਵੀ ਇੱਥੇ ਇਕੱਲੇ ਇਕੱਲੇ ਹੋਏ ਪਏ ਹਾਂ। ਸਾਡੀ ਵੀ ਆਪਸ ਦੇ ਵਿੱਚ ਕੋਈ ਜੁੜਤ ਨਹੀਂ ਹੈ। ਸੋ ਸਾਡੇ ਲਈ ਇਹ ਸਵਾਲ ਹੈ, ਕਿਆ ਸਾਨੂੰ ਇਸ ਸਮਾਜ ਦਾ ਜਿਹੜਾ ਹੈ ਕੋਈ ਫਿਕਰ ਨਹੀਂ? ਜੇ ਸਾਨੂੰ ਫਿਕਰ ਹੈ ਤੇ ਫਿਰ ਅਸੀਂ ਜਿਹੜੇ ਅਹਿਲੇ ਫਿਕਰ ਨੇ, ਜਿਹੜੇ ਫਿਕਰ ਕਰਨ ਵਾਲੇ ਨੇ, ਜਿਹੜੇ ਸੂਝਵਾਨ ਨੇ, ਜਿਹੜੇ ਵਿਚਾਰਵਾਨ ਨੇ, ਉਹਨਾਂ ਦੇ ਨਾਲ ਸਾਡੀ ਕੋਈ ਮੇਲ ਮਿਲਾਪ ਹੈ, ਉਹਨਾਂ ਦੇ ਨਾਲ ਕੋਈ ਸਾਡੀ ਸੰਗਤ ਹੈ, ਉਹਨਾਂ ਦੇ ਨਾਲ ਕੋਈ ਅਸੀਂ ਆਪਣੀ ਸੰਗਤ ਬਣਾਈ ਹੋਈ ਹੈ, ਕਿਸੇ ਢੰਗ ਤਰੀਕੇ ਦੇ ਨਾਲ ਅਸੀਂ ਉਸ ਨੂੰ ਜੁੜੇ ਹੋਏ ਹਾਂ, ਸਾਡੀ ਕੋਈ ਪਾਰਟੀ ਹੈ, ਸਾਡੀ ਕੋਈ ਸੰਗਤ ਹੈ। ਇਹ ਸਵਾਲ ਜਿਹੜਾ ਨਾ ਪੜ੍ਹਨ ਵਾਲੇ ਤੇ ਹੈ। ਜਿਹੜਾ ਵਾਰਿਸ ਸ਼ਾਹ ਨੂੰ ਪੜ੍ਹ ਰਿਹਾ ਉਹ ਸਿਰਫ ਉਹ ਨਾ ਦੇਖੇ, ਬਲਕਿ ਆਪਣੇ ਆਪ ਨੂੰ ਦੇਖੇ ਕਿ ਇਹ ਜਿਹੜੀ ਗੱਲ ਇੱਥੇ ਹੋ ਰਹੀ ਹੈ ਉਹੀ ਹਾਲਾਤ ਅੱਜ ਨੇ। ਉਸ ਹਾਲਾਤ ਦੇ ਵਿੱਚ ਅਸੀਂ ਅੱਜ ਦੇ ਜਿਹੜੇ ਮਸਲੇ ਨੇ ਸਾਡੇ, ਉਸ ਮਸਲੇ ਨੂੰ ਨਜਿੱਠਣ ਲਈ ਅਸੀਂ ਕੀ ਤਰੀਕਾ ਅਖਤਿਆਰ ਕਰ ਰਹੇ ਹਾਂ? ਆਇਆ ਅਸੀਂ ਦੁਆਵਾਂ ਦੇ ਉੱਤੇ ਮਸਲ ਕੇ ਨਿਰਭਰ ਕਰੀਏ, ਜਾਂ ਪੀਰਾਂ ਫਕੀਰਾਂ ਦੇ ਦਰ ਤੇ ਜਾ ਕੇ ਹਾਜ਼ਰੀ ਦਈਏ, ਜਾਂ ਜਿਹੜੇ ਨਜੂਮੀ ਨੇ ਉਹਨਾਂ ਦੇ ਕੋਲ ਜਾ ਕੇ ਇਸਦਾ ਹੱਲ ਲੱਭੀਏ, ਜਾਂ ਇਸ ਦਾ ਹੱਲ ਬੰਦੇ ਨੇ ਲੱਭਣਾ ਹੈ, ਸਮਾਜ ਦੇ ਜੀਆਂ ਨੇ ਲੱਭਣਾ ਹੈ, ਜਿਨ੍ਹਾਂ ਦਾ ਹੈ ਉਹਨਾਂ ਨੇ ਲੱਭਣਾ ਹੈ। ਤੇ ਅਸੀਂ ਜਿੰਨਾ ਮਰਜ਼ੀ ਫਰੋਲ ਕੇ ਦੇਖ ਲਓ, ਗੌਰ ਲਵੋ ਇਸ ਗੱਲ ਨੂੰ, ਤੁਹਾਨੂੰ ਉਹਦੇ ਵਿੱਚੋਂ ਤੱਥ ਇਹੋ ਲੱਭੇਗਾ ਕਿ ਇਹ ਮਸਲੇ ਤੁਹਾਡੇ ਨੇ ਤੇ ਇਹਨਾਂ ਨੂੰ ਹੱਲ ਕਰਨ ਲਈ ਤੁਹਾਨੂੰ ਆਪ ਹੀ ਯਤਨਵਾ ਕਰਨਾ ਪੈਣਾ ਹੈ। ਰਾਂਝਾ ਜਿਹੜਾ ਹੈ, ਅਗਰ ਉਸਨੇ ਹੀਰ ਜਿਹੜੀ ਹੈ ਉਹ ਪ੍ਰਾਪਤ ਕਰਨੀ ਹੈ ਤੇ ਉਸ ਨੂੰ ਹੀ ਟੁਰਨਾ ਪਵੇਗਾ, ਉਸ ਨੂੰ ਤਹਤ ਹਜ਼ਾਰਾ ਛੱਡਣਾ ਪਵੇਗਾ, ਉਸ ਨੂੰ ਜਿਹੜਾ ਹੈ ਮੱਝਾਂ ਚਰਾਣੀਆਂ ਪੈਣਗੀਆਂ, ਉਸ ਨੂੰ ਜਿਹੜਾ ਹੈ ਜੋਗੀ ਦਾ ਰੂਪ ਧਾਰਨਾ ਪਵੇਗਾ, ਤੇ ਫਿਰ ਜਾ ਕੇ ਉਹ ਹੀਰ ਦੇ ਲੜ ਲੱਗ ਸਕਦਾ ਹੈ। ਤੇ ਜੇ ਅਸੀਂ ਆਪਣੇ ਜਿਹੜੇ ਅੱਜ ਦੇ ਮਸਲੇ ਨੇ ਉਹਨਾਂ ਦੇ ਨਾਲ ਨਜਿੱਠਣਾ ਹੈ, ਉਹਨਾਂ ਨੂੰ ਅਸੀਂ ਨਿਬੇੜਨਾ ਹੈ, ਤੇ ਫਿਰ ਸਾਨੂੰ ਆਪਣੇ ਜਿਹੜੇ ਅਕਲ ਦੇ ਘੋੜੇ ਨੇ, ਆਪਣੇ ਦੇ ਅਕਲ ਦੇ ਜਿਹੜੇ ਘੋੜੇ ਨੇ ਇਹ ਦੌੜਾਉਣੇ ਪੈਣਗੇ। ਔਰ ਉਹ ਜਿਹੜੇ ਕਾਰਨ ਨੇ ਉਹ ਲੱਭਣੇ ਪੈਣਗੇ, ਜਿਨ੍ਹਾਂ ਕਾਰਨ ਦੀ ਵਜ੍ਹਾ ਤੋਂ, ਜਿਸ ਵਜ੍ਹਾ ਤੋਂ ਅਸੀਂ ਇਹਨਾਂ ਹਾਲਾਤ ਤੱਕ ਪਹੁੰਚੇ ਹਾਂ, ਉਹ ਸਾਨੂੰ ਦਾਰੂ ਜਿਹੜੇ ਨੇ ਉਹ ਲੱਭਣੇ ਪੈਣਗੇ, ਜਿਹੜੇ ਸਾਡੇ ਇਸ ਰੋਗ ਦਾ ਉਪਾਅ ਕਰ ਸਕਣ। ਸੋ ਹੀਰ ਵਾਰਿਸ ਸ਼ਾਹ ਜਿਹੜੀ ਹੈ ਇਹ ਰੋਗ ਦੇ ਉਪਾਅ ਦਾ ਨਾਂ ਹੈ। ਇਸ ਨੂੰ ਪੜ੍ਹ ਕੇ ਸਿਰਫ ਮਜ਼ਾ ਤੇ ਚੱਸ ਲੈਣ ਵਾਲੀ ਗੱਲ ਨਹੀਂ ਹੈ, ਬਲਕਿ ਇਸ ਦੇ ਵਿੱਚੋਂ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣੀ ਜਿਹੜੀ ਹਯਾਤੀ ਹੈ, ਉਹਦੇ ਵਿੱਚੋਂ ਸਾਹ ਸੌਖਾ ਕਿਵੇਂ ਨਿਕਲ ਸਕਦਾ ਹੈ, ਉਸ ਸੌਖੇ ਸਾਹ ਦੀ ਗੱਲ ਹੈ। ਸੋ ਉਹ ਸਾਹ ਜਿਹੜਾ ਸੌਖਾ ਸਾਹ ਹੈ ਉਸ ਨੂੰ ਬਣਾਉਣਾ ਪੈਂਦਾ ਹੈ, ਕਿਉਂਕਿ ਸਾਹ ਜਿਹੜਾ ਔਖਾ ਹੈ ਇਸ ਨੂੰ ਵੀ ਬਣਾਇਆ ਗਿਆ ਹੈ। ਸੋ ਜਿਹੜੀ ਚੀਜ਼ ਬਣਾਈ ਗਈ ਹੈ ਉਹਦੀ ਜਗ੍ਹਾ ਤੇ ਚੀਜ਼ ਹੀ ਬਣਾਈ ਜਾ ਸਕਦੀ ਹੈ। ਸੋ ਇਹ ਇਨਸਾਨ ਦੇ ਵੱਸ ਦੀ ਗੱਲ ਹੈ। ਹੁਣ ਤੱਕ ਦੀ ਇਨਸਾਨੀ ਤਾਰੀਖ ਜਿਹੜੀ ਹੈ ਉਹ ਇਹ ਦੱਸਦੀ ਹੈ ਕਿ ਹੁਣ ਤੱਕ ਦੀਆਂ ਜਿੰਨੀਆਂ ਤਬਦੀਲੀਆਂ ਨੇ ਉਹ ਕਿਸੇ ਦੇਵਤਾ ਦੀ ਵਜ੍ਹਾ ਤੋਂ ਨਹੀਂ ਆਈਆਂ, ਕਿਸੇ ਭਗਵਾਨ ਦੀ ਵਜ੍ਹਾ ਤੋਂ ਨਹੀਂ ਆਈਆਂ, ਕਿਸੇ ਉੱਪਰ ਬੈਠੀ ਤਾਕਤ ਦੀ ਵਜ੍ਹਾ ਤੋਂ ਨਹੀਂ ਆਈਆਂ। ਇਹ ਇਨਸਾਨਾਂ ਨੇ ਹੀ ਜਿਹੜਾ ਹੈ ਤਬਦੀਲੀਆਂ ਜਿਹੜੀਆਂ ਨੇ ਉਹ ਲਿਆਂਦੀਆਂ ਨੇ। ਇੱਕ ਵੇਲੇ ਦੇ ਵਿੱਚ ਕਿਹਾ ਜਾਂਦਾ ਸੀ ਕਿ ਇਨਕਲਾਬ ਜਿਹੜੇ ਨੇ ਇਹ ਯੂਟੋਪੀਆ ਨੇ, ਇਹਨਾਂ ਦੀ ਕੋਈ ਹਕੀਕਤ ਨਹੀਂ ਹੁੰਦੀ। ਲੇਕਿਨ ਅਸੀਂ ਦੇਖਦੇ ਹਾਂ ਕਿ 18ਵੀਂ ਸਦੀ ਦੇ ਵਿੱਚ ਜਿਹੜਾ ਹੈ ਇਨਕਲਾਬ, ਪੂਰੇ ਇਨਕਲਾਬਾਂ ਦੀ ਤਾਰੀਖ ਹੈ, ਉਹਦੇ ਵਿੱਚ ਬੜੇ ਇਨਕਲਾਬ ਆਏ ਔਰ ਸਾਰੇ ਦੇ ਸਾਰੇ ਇਨਸਾਨਾਂ ਨੇ ਲਿਆਂਦੇ ਸਨ। ਇੱਕ ਐਸੀਆਂ ਸੁਸਾਇਟੀਆਂ ਨੇ ਇਨਕਲਾਬ ਲਿਆਂਦੇ ਸਨ ਜਿਹੜੀਆਂ ਕਿ ਮਾਫੌਕਲ ਫਿਤਰਤ ਤਾਕਤਾਂ ਦੀ ਯਕੀਨ ਹੀ ਨਹੀਂ ਸਨ ਰੱਖਦੀਆਂ, ਜਿਹੜੀਆਂ ਰੱਬ ਨੂੰ ਮੰਨਦੀਆਂ ਨਹੀਂ ਸਨ। ਉਹਨਾਂ ਸੁਸਾਇਟੀਆਂ ਦੇ ਅੰਦਰ ਜਿਹੜਾ ਨਾ ਇਨਕਲਾਬ ਆਏ। ਸੋ ਲਿਹਾਜ਼ਾ ਉਹਨਾਂ ਨੇ ਇਨਕਲਾਬ ਜਿਹੜੇ ਨੇ
ਉਹ ਸਾਇੰਟੀਫਿਕ ਬੁਨਿਆਦਾਂ ਤੇ ਲਿਆਂਦੇ। ਸਾਇੰਟੀਫਿਕ ਬੁਨਿਆਦਾਂ ਤੋਂ ਮੁਰਾਦ ਹੈ ਵੇ ਕਿ ਉਹਨਾਂ ਨੇ ਅਕਲ ਜਿਹੜੀ ਹੈ ਉਸ ਦੀ ਵਰਤੋਂ ਕਰਕੇ ਤਾਰੀਖ ਦੇ ਵਿੱਚ ਜਿਹੜੇ ਤਜਰਬੇ ਹੋਏ ਸਨ ਉਹਨਾਂ ਨੂੰ ਮੁੱਖ ਰੱਖ ਕੇ ਇਹ ਸੋਚਿਆ ਕਿ ਇਹ ਬੰਦੇ ਜਿਹੜੇ ਨੇ ਅਗਰ ਇਹ ਇਕਜੁੱਟ ਹੋ ਜਾਣ, ਇੱਕ ਮੁੱਠ ਹੋ ਜਾਣ, ਇੱਕ ਮਤ ਹੋ ਜਾਣਾ ਤੇ ਫਿਰ ਇਹ ਜਿਹੜਾ ਨਾ ਕਾਮਯਾਬੀ ਹਾਸਲ ਕਰ ਸਕਦੇ ਨੇ। ਸੋ ਉਹਨਾਂ ਨੇ ਇਹ ਕਰਕੇ ਇਹ ਸਾਬਤ ਕਰ ਦਿੱਤਾ ਕਿ ਵਾਰਿਸ ਸ਼ਾਹ ਹੋਰੀ ਜਿਹੜੀ ਗੱਲ ਕਰ ਰਹੇ ਨੇ ਇਹੀ ਰਾਹ ਤੋਂ ਟੁਰ ਕੇ ਅਸੀਂ ਜਿਹੜਾ ਹੈ ਉਹ ਹੱਲ ਕਰ ਸਕਦੇ ਹਾਂ। ਇਸ ਤੋਂ ਬਗੈਰ ਕੋਈ ਹੋਰ ਰਾਹ ਜਿਹੜੀ ਹੈ ਉਹ ਨਹੀਂ ਹੈ। ਸੱਜਣੋ ਤੇ ਮਿੱਤਰੋ, ਜਾਗ ਪੰਜਾਬੀ ਚੈਨਲ ਤੁਹਾਡਾ ਆਪਣਾ ਹੈ। ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰਿਆ ਹਮੇਸ਼ਾ ਲੋਕਾਈ ਦੀ ਸਹਾਇਤਾ ਦੇ ਨਾਲ ਹੀ ਚੱਲਦੀ ਰਹੀ ਹੈ ਤੇ ਜਾਗ ਪੰਜਾਬੀ ਚੈਨਲ ਵੀ ਤੁਹਾਡੀ ਹੀ ਸਹਾਇਤਾ ਦੇ ਨਾਲ ਜਿਹੜਾ ਹੈ ਨਾ ਉਹ ਅੱਗੇ ਵਧੇਗਾ। ਤੁਸੀਂ ਅਗਰ ਕਿਸੇ ਵੀ ਬੰਦ ਦੀ ਸਹਾਇਤਾ ਕਰਨੀ ਚਾਹੁੰਦੇ ਹੋ ਤੇ ਇਹ ਸਾਡਾ ਨੰਬਰ ਜਿਹੜਾ ਹੈ ਇਹ ਤੁਹਾਡੇ ਸਾਹਮਣੇ ਚੱਲ ਰਿਹਾ ਹੈ। ਇਸ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇਸ ਨਾਲ ਈਮੇਲ ਵੀ ਸਾਡਾ ਜਿਹੜਾ ਮੌਜੂਦ ਹੈ ਉਸ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਤੇ ਤੁਹਾਡੇ ਅੱਗੇ ਫਿਰ ਬੇਨਤੀ ਹੈ ਕਿ ਤੁਸੀਂ ਜਿੱਥੇ ਵੀ ਬੈਠੇ ਹੋ ਆਪਣੀ ਫਿਕਰ ਵਾਲੇ ਲੋਕਾਂ ਦੇ ਨਾਲ ਜੁੜੋ, ਇੱਕ ਮਤ ਹੋ ਕੇ, ਇਕਜੁੱਟ ਹੋ ਕੇ ਤੇ ਇਹ ਜਿਹੜੀਆਂ ਵਿਚਾਰਚਾਰੀ ਬੈਠਕਾਂ ਨੇ ਇਸ ਦਾ ਪ੍ਰਬੰਧ ਕਰੋ। ਹੀਰ ਵਾਰਿਸ ਸ਼ਾਹ ਲਿਖੀ ਵੀ ਸੰਗਤ ਦੇ ਰਾਹੀਂ ਗਈ ਹੈ ਤੇ ਇਸ ਨੂੰ ਸਮਝਿਆ ਵੀ ਸੰਗਤ ਦੇ ਰਾਹੀਂ ਹੀ ਜਾ ਸਕਦਾ ਹੈ। ਅਸੀਂ ਇਕੱਲੇ ਬੈਠ ਕੇ ਰਜ਼ਾਈ ਦੇ ਵਿੱਚ ਇਸ ਨੂੰ ਨਹੀਂ ਸਮਝ ਸਕਦੇ, ਇਸ ਨੂੰ ਅਸੀਂ ਸੰਗਤ ਦੇ ਵਿੱਚ ਹੀ ਆ ਕੇ ਸਮਝ ਸਕਨੇ ਹਾਂ। ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ ਤੇ ਇਸ ਨੂੰ ਅੱਗੇ ਟੋਰੋ। ਕੁਲ ਦਾ ਭਲਾ ਤੇ ਕੁਲ ਦੀ ਖੈਰ।